बैक टू माई चैनल। BA ਸਮੈਸਟਰ 2 ਪੰਜਾਬੀ ਕੰਪਲਸਰੀ ਦੇ ਸੂਰਜ ਮੰਦਰ ਦੀਆਂ ਪੌੜੀਆਂ ਦੀ ਆਪਾਂ 5th ਪੋਇਮ ਕਰ ਰਹੇ ਹਾਂ। ਸੁਰਜੀਤ ਪਾਤਰ ਦੀਆਂ ਰਚਨਾਵਾਂ ਦਾ ਸੰਗ੍ਰਹਿ ਹੈ। ਸੋ ਕਵਿਤਾ ਦਾ ਜਨਮ ਜਿਹੜਾ ਹੈ ਉਸ ਦਾ ਆਪਾਂ ਅੱਜ ਵਿਸ਼ਾ ਵਸਤੂ ਕਰਾਂਗੇ। ਸੋ ਕਵਿਤਾ ਦਾ ਜਨਮ ਨਿਬੰਧ ਸੁਰਜੀਤ ਪਾਤਰ ਦੀ ਰਚਨਾ, ਕਿਉਂਕਿ ਆਪਾਂ ਸੂਰਜ ਮੰਦਰ ਦੀਆਂ ਪੌੜੀਆਂ ਆਪਣੀ ਜਿਹੜੇ ਹੈਗੇ ਬੁੱਕ ਦਾ ਨਾਮ ਹੈ। ਸੋ ਉਹਦੇ ਵਿੱਚ ਆਪਾਂ 5th ਪੋਇਮ ਪੜ੍ਹ ਰਹੇ ਹਾਂ। ਇਹ ਸਾਰੀਆਂ ਹੀ ਰਚਨਾਵਾਂ ਸੁਰਜੀਤ ਪਾਤਰ ਦੀਆਂ ਨੇ। ਸੋ ਇਸ ਦਾ ਜਿਹੜਾ ਵਿਸ਼ਾ ਹੈ ਲੇਖਕ ਦੀਆਂ ਕਵਿਤਾਵਾਂ ਦਾ ਜਨਮ ਦੇਣ ਵਾਲੇ ਸਥਾਨ ਅਤੇ ਪ੍ਰਸਥਿਤੀਆਂ ਦੀ ਜਾਣਕਾਰੀ ਦੇਣਾ ਹੈ। ਤਾਂ ਇਹ ਹੁਣ ਦੇਖੋ, ਕਵਿਤਾ ਦਾ ਜਨਮ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਕਵਿਤਾ ਦਾ ਜਨਮ ਕਦੋਂ ਹੋਇਆ, ਕਿਵੇਂ ਹੋਇਆ, ਕਿਹੜੇ ਸਥਾਨ 'ਤੇ ਹੋਇਆ ਅਤੇ ਕਿਹੜੀਆਂ ਸਿਚੁਏਸ਼ਨਸ ਪਰਿਸਥਿਤੀਆਂ ਦੇ ਵਿੱਚ ਹੋਇਆ। ਠੀਕ ਹੈ। ਸੋ ਲੇਖਕ ਦੱਸਦਾ ਕਿ ਉਸਨੂੰ ਆਪਣੀਆਂ ਕੁਝ ਕਵਿਤਾਵਾਂ ਦਾ ਜਨਮ ਤਾਂ ਹੋਇਆ ਹੈ, ਲੇਕਿਨ ਮੈਨੂੰ ਇਹ ਨਹੀਂ ਪਤਾ ਕਿਹੜੀ ਸਿਚੁਏਸ਼ਨ 'ਚ ਕਿਵੇਂ ਹੋਇਆ, ਮੈਂ ਕਿਵੇਂ ਨਾਮ ਦਿੱਤਾ। ਤਾਂ ਸਾਰੇ ਇਨਸੀਡੈਂਟ ਉਹ ਆਪਾਂ ਨੂੰ ਥੋੜ੍ਹੇ ਥੋੜ੍ਹੇ ਕਰਕੇ ਦੱਸ ਰਹੇ ਹਾਂ। ਇਹਦੇ ਵਿੱਚ ਇਹਨਾਂ ਨੇ ਲਿਖਿਆ ਕਿ ਕੁਝ ਕਵਿਤਾਵਾਂ ਦੇ ਜਨਮ ਦੇ ਬਾਰੇ ਮੌਕੇ ਉਹਨਾਂ ਨੂੰ ਯਾਦ ਨਹੀਂ ਹੈ। ਉਹਨਾਂ ਨੂੰ ਨਹੀਂ ਪਤਾ ਕਿ ਖੱਤਾਂ ਦੀ ਉਡੀਕ ਉਹਨਾਂ ਦੀ ਕਵਿਤਾ ਸੀਗੀ ਤਾਂ ਉਹਨਾਂ ਨੇ ਕਿਸ ਤਰ੍ਹਾਂ ਲਿਖਿਆ। ਹੁਣ ਘਰਾਂ ਨੂੰ ਪਰਤਣਾ ਕਿਹੜੇ ਪਲ 'ਚ ਸ਼ੁਰੂ ਹੋਈ। ਬੁੱਢੀ ਜਾਦੂਗਰਨੀ ਵੀ ਕਵਿਤਾ ਦਾ ਨਾਮ ਹੈ। ਇਸ ਕਵਿਤਾ ਦਾ ਖਿਆਲ ਉਹਨਾਂ ਨੂੰ ਕਿਵੇਂ ਆਇਆ। ਪਰ ਕੁਝ ਕਵਿਤਾਵਾਂ ਦੇ ਜਨਮ ਤੇ ਸਥਾਨ ਬਾਰੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ, ਲੇਕਿਨ ਕੁਝ ਕੁ ਦਾ ਨਹੀਂ ਪਤਾ। ਜਿਵੇਂ ਲਾਈਕ ਉਹਨਾਂ ਨੇ ਦੱਸਤਾ ਆਪਾਂ ਨੂੰ ਕਿ ਖੱਤਾਂ ਦੀ ਉਡੀਕ ਦੇ ਬਾਰੇ ਨਹੀਂ ਮੈਨੂੰ ਪਤਾ, ਹੁਣ ਘਰਾਂ ਨੂੰ ਪਰਤਣਾ ਬਾਰੇ ਮੈਨੂੰ ਨਹੀਂ ਪਤਾ, ਬੁੱਢੀ ਜਾਦੂਗਰਨੀ ਦਾ ਖਿਆਲ ਵੀ ਮੈਨੂੰ ਇਹ ਨਹੀਂ ਪਤਾ ਕਿ ਕਦੋਂ ਮੈਂ ਜਿਹੜੀ ਹੈਗੀ ਇਹ ਸਿਰਜੀ ਹੈ। ਠੀਕ ਹੈ। ਸੋ ਆਪਣੀ ਲੈਂਗੁਏਜ 'ਚ ਆਪਾਂ ਲਿਖ ਸਕਦੇ ਹੈਗੇ। ਜ਼ਰੂਰੀ ਨਹੀਂ ਆਪਾਂ MBD ਜਾਂ ਬੁੱਕ ਦੀ ਹੀ ਆਪਾਂ ਨੇ ਕਾਪੀ ਕਰਨੀ ਹੈ। ਆਪਾਂ ਨੂੰ ਜਿਵੇਂ ਠੀਕ ਲੱਗਦਾ ਹੈ, ਆਪਾਂ ਬਸ ਐਕੂਰੇਟ ਹੋਣੀ ਚਾਹੀਦੀ ਹੈ ਲੈਂਗੁਏਜ, ਆਪਾਂ ਸਿੰਪਲ ਯੂਜ਼ ਕਰਾਂਗੇ। ਸੋ ਇਹਨਾਂ ਸੰਬੰਧੀ ਗੱਲ ਕਰਦਿਆਂ ਇੱਕ ਵਾਰ ਲੰਡਨ ਦੇ ਵਿੱਚ ਸਨਰਾਈਜ਼ ਰੇਡੀਓ ਸਟੇਸ਼ਨ ਹੈ। ਤਾਂ ਉੱਥੇ ਇੱਕ ਇੰਟਰਵਿਊ ਦੌਰਾਨ ਉਹਨਾਂ ਦੇ ਸਾਥੀ ਸੁਰਜੀਤ ਪਾਤਰ ਦੇ ਸਾਥੀ ਲੁਧਿਆਣਵੀ ਸੀਗੇ। ਤਾਂ ਉਹਨਾਂ ਦੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਨੇ ਇੱਕ ਸਵਾਲ ਕੀਤਾ ਸੀ। ਤਾਂ ਉਹਨਾਂ ਦੇ ਜਵਾਬ ਦੇ ਵਿੱਚ ਗਜ਼ਲ ਦੀ ਰਚਨਾ ਦੇ ਅਮਲ ਬਾਰੇ ਕਿਹਾ ਇਹਨਾਂ ਨੇ, ਪਾਤਰ ਜੀ ਨੇ, ਕਿ ਉਹਨਾਂ ਨੇ ਇਹ ਰਚਨਾ ਪੰਜਾਬੀ ਯੂਨੀਵਰਸਿਟੀ ਵਿੱਚ MA ਕਰਦੇ ਲਿਖੀ ਸੀ। ਤਾਂ ਇੱਕ ਗਜ਼ਲ ਸੀ, ਉਹਦੇ ਬਾਰੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਲੁਧਿਆਣਵੀ ਨੇ ਪੁੱਛਿਆ ਉਹਨਾਂ ਦੇ ਸਾਥੀ ਨੇ ਇੰਟਰਵਿਊ ਦੇ ਵਿੱਚ, ਤਾਂ ਉਹਨਾਂ ਨੇ ਇਹ ਲਿਖਿਆ, ਪਾਤਰ ਜੀ ਨੇ ਇਹ ਕਿਹਾ ਕਿ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ MA ਕਰਦੇ ਇਹ ਲਿਖੀ ਸੀ। ਪਰ ਉਹਨਾਂ ਨੇ ਦੱਸਿਆ ਕਿ ਜਿਹੜੀ ਆਪਣੀ ਗੋਲ ਮਾਰਕੀਟ ਹੈਗੀ ਹੈ, ਠੀਕ ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਬਹੁਤ ਫੇਮਸ ਗੋਲ ਮਾਰਕੀਟ ਹੈਗੀ ਹੈ। ਤਾਂ ਕਹਿੰਦੇ ਉੱਥੇ ਜਿਹੜੀ ਹੈਗੀ ਕੰਟੀਨ ਦੇ ਬਾਹਰ ਮੈਂ ਇੱਕ ਦੋਸਤ ਨਾਲ ਬੈਠਾ ਸੀ। ਪਤਝੜ ਦੇ ਦਿਨ ਸੀ। ਪਤਝੜ ਦੇ ਟਾਈਮ ਉੱਥੇ ਬਹੁਤ ਪੀਲੇ ਪੀਲੇ ਫੁੱਲ ਹੁੰਦੇ ਆ ਜਿਹੜੇ ਵਿਛੇ ਹੋਏ ਹੁੰਦੇ ਆ ਬਿਲਕੁਲ। ਸੋ ਪਤਝੜ ਦੇ ਦਿਨ ਸੀ ਤਾਂ ਉੱਥੇ ਇੱਕ ਪੋਪੂਲਰ ਦਾ ਦਰਖਤ ਸੀਗਾ। ਪੋਪੂਲਰ ਇੱਕ ਉਹਦਾ ਟਰੀ ਦਾ ਉਹ ਹੁੰਦਾ ਟਾਈਪ ਹੁੰਦੀ ਹੈ ਪੋਪੂਲਰ ਦਾ ਟਰੀ, ਜਿਸ ਤੋਂ ਮੈਚਬਾਕਸ ਮਾਚਿਸਾਂ ਬਣਦੀਆਂ। ਸੋ ਜਿਸ ਦੇ ਹੇਠਾਂ ਤੋਂ ਕੋਈ ਲੰਘਿਆ ਤਾਂ ਉਸਨੂੰ ਲੱਗਿਆ ਕਿ ਦਰਖਤ ਨੇ ਲਰਜ਼ਦਿਆਂ ਮਤਲਬ ਕੁਝ ਹੌਲੀ ਹੌਲੀ ਕੰਬਦਿਆਂ ਹੀ ਉਸਦੇ ਨਾਲ ਜਾਣ ਲਈ ਤੜਫਿਆ। ਵੀ ਮਤਲਬ ਕੋਈ ਬੰਦਾ ਜਾ ਰਿਹਾ ਸੀ ਤੇ ਉਹਦੇ ਨਾਲ ਦਰਖਤ ਜਿਹੜਾ ਸੀਗਾ ਉਹ ਥੋੜ੍ਹਾ ਜਿਹਾ ਤੜਫਿਆ ਕਿ ਮੈਨੂੰ ਕੁਛ ਜਿਹੜਾ ਹੈਗਾ ਵੀ ਨਾਲ ਲੈ ਕੇ ਚਲੋ। ਠੀਕ ਹੈ। ਤਾਂ ਇਹ ਚੀਜ਼ ਕਵੀ ਨੂੰ ਫੀਲ ਹੋਈ ਕਿ ਜਿਵੇਂ ਦਰਖਤ ਕਹਿ ਰਿਹਾ ਕਿ ਕੋਈ ਬੰਦਾ ਲੰਘਿਆ ਤਾਂ ਮੈਂ ਉਸ ਨਾਲ ਜਾਣਾ ਚਾਹੁੰਦਾ ਹੈਗਾ। ਲੰਘਣ ਵਾਲਾ ਚਲਾ ਗਿਆ, ਲੇਕਿਨ ਪੋਪੂਲਰ ਦੇ ਜਿਹੜੇ ਪੱਤੇ ਸੀਗੇ ਉਸਦੇ ਪੈਰਾਂ ਤੱਕ ਜਿਹੜੇ ਹੈਗੇ ਹੌਲੀ ਹੌਲੀ ਡਿੱਗਦੇ ਗਏ ਤੇ ਬੰਦਾ ਜਿਹੜਾ ਹੈਗਾ ਦੂਰ ਜਾਂਦਾ ਗਿਆ। ਠੀਕ ਹੈ। ਤਾਂ ਕਹਿੰਦੇ ਉਹਨਾਂ ਨੂੰ ਐਂ ਲੱਗਿਆ ਕਿ ਦਰਖਤ ਜਿਹੜਾ ਹੈ ਉਹ ਆਪਣੇ ਆਪ ਹੀ ਜਾਣਾ ਚਾਹੁੰਦਾ ਹੈਗਾ। ਠੀਕ ਹੈ। ਸੋ ਇਹ ਗੱਲਬਾਤ ਸੁਣ ਕੇ ਕਿਸੇ ਕਵਿਤਾ ਪ੍ਰੇਮੀ ਨੇ ਉਹਨਾਂ ਨੂੰ ਕਿਹਾ ਕਿ ਆਪਣੇ ਜਿਹੜੇ ਹੈ ਕਿਸੇ ਕਵਿਤਾ ਦੇ ਪਿਛੋਕੜ ਤਾਂ ਜਨਮ ਬਾਰੇ ਗੱਲ ਨਹੀਂ ਕਰਨੀ ਚਾਹੀਦੀ, ਕਿਉਂਕਿ ਕਵਿਤਾ ਦੇ ਅਰਥ ਬਚ ਜਾਂਦੇ ਨੇ ਤੇ ਉਸਦਾ ਜਿਹੜਾ ਰਹੱਸ ਹੈਗਾ ਉਹ ਖਤਮ ਹੋ ਜਾਂਦਾ। ਤਾਂ ਕਹਿੰਦੇ ਵੀ ਤੁਹਾਨੂੰ ਨਹੀਂ ਦੱਸਣਾ ਚਾਹੀਦਾ ਵੀ ਤੁਸੀਂ ਕਦੋਂ ਤੇ ਕਿਵੇਂ ਜਿਹੜੀ ਹੈਗੀ ਆ ਕਵਿਤਾ ਲਿਖੀ ਹੈ, ਵੀ ਤੁਹਾਨੂੰ ਦੱਸਣਾ ਨਹੀਂ ਚਾਹੀਦਾ। ਕਿਸੇ ਕਵਿਤਾ ਪ੍ਰੇਮੀ ਨੇ ਉਹਨਾਂ ਨੂੰ ਕਿਹਾ। ਲੇਖਕ ਆਪਣੀਆਂ ਕੁਝ ਹੋਰ ਕਵਿਤਾਵਾਂ ਦੇ ਬਾਰੇ ਵੀ ਕਹਿੰਦਾ, ਗਜ਼ਲਾਂ ਦੇ ਬਾਰੇ ਕਹਿੰਦਾ, ਉਹਨਾਂ ਦੇ ਸਥਾਨ ਦੇ ਬਾਰੇ ਗੱਲ ਕਰਦਿਆਂ ਕਹਿੰਦਾ ਕਿ ਉਹਨੇ ਇੱਕ ਕਵਿਤਾ ਲਿਖੀ ਸੀ ਕਰਰ ਕਰਰ। ਠੀਕ ਹੈ। ਸੋ ਕਰਰ ਕਰਰ ਦੀ ਕਵਿਤਾ ਲਿਖੀ ਸੀ, ਉਹ ਸਵੇਰੇ ਉੱਠ ਕੇ ਲਿਖੀ ਸੀ ਜਦੋਂ ਨਕਸਲਵਾੜੀ ਜਿਹੜੀ ਸੀ ਲਹਿਰ ਚੱਲ ਰਹੀ ਸੀ ਭਾਰਤ ਦੇ ਵਿੱਚ, ਤਾਂ ਉਸ ਟਾਈਮ ਲਿਖੀ ਸੀ। ਤਾਂ ਕਮਰੇ ਦੇ ਵਿੱਚ ਇਕੱਠੇ ਹੋਏ ਸੀਗੇ ਕਾਫੀ ਸਾਰੇ ਜਣੇ। ਤੂਰ ਉਹਨਾਂ ਦੇ ਦੋਸਤ ਦਾ ਨਾਮ ਤੇਜਵੰਤ ਗਿੱਲ ਹੋ ਗਿਆ, ਅਮਰਜੀਤ ਗਰੇਵਾਲ ਹੋ ਗਿਆ, ਪਾਸ਼ ਹੋ ਗਿਆ, ਬਹੁਤ ਫੇਮਸ ਨੇ ਇਹ ਵੀ ਕਵੀ, ਸ਼ਮਸ਼ੇਰ ਸੰਧੂ ਹੋ ਗਏ ਅਤੇ ਹੋਰ ਬਹੁਤ ਸਾਰੇ ਜਿਹੜੇ ਦੋਸਤ ਸੀ ਉਹ ਇਕੱਠੇ ਹੋਏ ਸੀ ਅਤੇ ਸਾਰੀ ਰਾਤ ਉਹ ਤਿੱਖੀ ਅਤੇ ਵਿਅੰਗਮਈ ਬਹਿਸ ਕਰਦੇ ਰਹੇ ਸੀ। ਤਦ ਉਹਨਾਂ ਨੇ ਇਹ ਵਾਲੀ ਕਵਿਤਾ ਜਿਹੜੀ ਸੀਗੀ ਕਰ ਕਰ ਲਿਖੀ ਸੀਗੀ। ਠੀਕ ਹੈ। ਸੋ ਨਕਸਲਵਾਦੀ ਲਹਿਰ ਜਿਹੜੀ ਸੀ ਉਸ ਟਾਈਮ ਚੱਲ ਰਹੀ ਸੀ।
ਤਾਂ ਉਹਨਾਂ ਨੇ ਕਰਰ ਕਰਰ ਕਵਿਤਾ ਦੇ ਬਾਰੇ ਇਹ ਚੀਜ਼ ਲਿਖੀ ਹੈ ਕਿ ਮੈਂ ਉਦੋਂ ਲਿਖੀ ਸੀਗੀ। ਇਸ ਤਰ੍ਹਾਂ ਉਹਨਾਂ ਨੇ ਆਪਣੀ ਇੱਕ ਪ੍ਰਸਿੱਧ ਗਜ਼ਲ ਦੀ ਰਚਨਾ ਪ੍ਰੇਰਨਾ ਦੀ ਸਥਿਤੀ ਦੇ ਮੌਕੇ 'ਤੇ ਦੱਸਦਿਆਂ ਹੋਇਆ ਲਿਖਿਆ ਕਿ ਇਹ ਸ਼ਾਮ ਜਿਹੜੀ ਸੀਗੀ, ਜਿਹੜੀ ਆਵਲੀ ਗਜ਼ਲ ਹੈਗੀ ਹੈ, ਤਾਂ ਮੈਂ ਉਹ ਲੁਧਿਆਣੇ ਦੀ ਪੁਰਾਣੀ ਕਚਹਿਰੀ ਦੇ ਅਹਾਤੇ ਦੇ ਵਿੱਚੋਂ ਲੰਘ ਰਿਹਾ ਸੀ। ਕਚਹਿਰੀ ਬੰਦ ਸੀ, ਉੱਥੇ ਕੋਈ ਨਹੀਂ ਸੀ, ਸਿਰਫ ਕੁਝ ਦਰੱਖਤ ਸੀ, ਇੱਕ ਦੋ ਸੁੱਕੇ ਹੋਏ ਸੀ, ਅਤੇ ਲੇਖਕ ਨੂੰ ਅਚਾਨਕ ਲੱਗਾ ਕਿ ਦਰੱਖਤ ਹੈ ਨਹੀਂ, ਇਹ ਸਿਰਫ ਕੀ ਨੇ, ਲੋਕ। ਦਰੱਖਤਾਂ ਦੀ ਜਗ੍ਹਾ 'ਤੇ ਲੋਕ ਨੇ ਜਿਹੜੇ ਅਦਾਲਤ 'ਚ ਇਨਸਾਫ ਲੈਣ ਆਏ ਨੇ, ਅਤੇ ਉਡੀਕਦੇ ਕੀ ਹੋ ਗਏ ਨੇ, ਦਰੱਖਤ ਬਣ ਗਏ ਨੇ। ਅਤੇ ਜਦੋਂ ਉਹਨਾਂ ਦੇ ਸਾਹਮਣੇ ਅਦਾਲਤ ਦਾ ਫੈਸਲਾ ਆਇਆ ਤਾਂ ਉਹਨਾਂ ਦੀ ਹਰਿਆਵਲ ਹੀ ਸੁੱਕ ਗਈ, ਅਤੇ ਫਿਰ ਘਰ ਪਰਤਦਿਆਂ ਤੱਕ ਉਹਨਾਂ ਨੇ ਹੋਰ ਸ਼ੇਅਰ ਲਿਖੇ, ਅਤੇ ਘਰ ਵਿੱਚ ਪਹੁੰਚ ਕੇ ਕਮਰੇ ਦੇ ਹਨੇਰੇ ਵਿੱਚ ਬਿਨਾਂ ਲਾਈਟ ਜਗਾਇਆ ਆਖਰੀ ਉਹਨਾਂ ਨੇ ਸ਼ੇਅਰ ਲਿਖੇ। ਤਾਂ ਉਹਨਾਂ ਨੇ ਜਿਹੜਾ ਹੈ ਗਜ਼ਲ ਦੇ ਸ਼ੇਅਰ ਜਿਹੜਾ ਹੈਗਾ ਤੁਸੀਂ ਉਹ ਵੀ ਯਾਦ ਕਰ ਸਕਦੇ ਹੋ, ਨਹੀਂ ਵੀ ਲਿਖਣਾ ਚਾਹੁੰਦੇ ਤਾਂ ਕੋਈ ਗੱਲ ਨਹੀਂ। ਸੋ ਇਸ ਅਦਾਲਤ ਵਿੱਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ। ਆਖੋ ਇਹਨਾਂ ਨੂੰ ਉਜੜੇ ਕਰੀ ਜਾਣ ਹੁਣ, ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ। ਸੋ ਇਹ ਕਵਿਤਾ ਵੀ ਜਿਹੜੀ ਸੀਗੀ ਉਹਨਾਂ ਨੇ ਕਚਹਿਰੀ ਦੇ ਵਿੱਚ ਲਿਖੀ ਸੀ। ਸੋ ਉਹਨਾਂ ਨੇ ਕਾਫੀ ਸਾਰੀਆਂ ਕਵਿਤਾਵਾਂ ਦੇ ਬਾਰੇ ਲਿਖਿਆ ਕਿ ਮੈਂ ਇਹ ਕਵਿਤਾਵਾਂ ਕਿੱਥੇ ਕਿੱਥੇ ਲਿਖੀਆਂ। ਗੋਲ ਮਾਰਕੀਟ 'ਚ ਲਿਖੀ, ਠੀਕ ਹੈ, ਜਦੋਂ ਆਪਣੇ ਫਰੈਂਡਸ ਦੇ ਨਾਲ ਬਹਿਸ ਕਰ ਰਹੇ ਸੀਗੇ ਨਕਸਲਵਾਦੀ ਲਹਿਰ ਦੇ ਦੌਰਾਨ, ਤਦ ਉਹਨਾਂ ਨੇ ਘਰ ਘਰ ਕਵਿਤਾ ਲਿਖੀ ਹੈ ਨਾ, ਅਤੇ ਦਰੱਖਤ ਵਾਲੀਆਂ ਕਵਿਤਾਵਾਂ ਲਿਖੀਆਂ। ਸੋ ਇਹ ਜਿਹੜੀ ਹੈਗੀ ਆਪਣੀਆਂ ਕਵਿਤਾਵਾਂ ਦੇ ਬਾਰੇ ਦੱਸ ਰਹੇ ਨੇ। ਤਾਂ ਲੇਖਕ ਕਹਿੰਦਾ ਹੈ ਕਿ ਕਵਿਤਾ ਮਨੁੱਖੀ ਵਜੂਦ ਦੀ ਥੜਥੜਾਹਟ 'ਚੋਂ ਪੈਦਾ ਹੁੰਦੀ ਹੈ। ਜਦੋਂ ਮਨੁੱਖ ਦਾ ਵਜੂਦ ਜਿਹੜਾ ਹੈ ਉਹਦੇ ਵਿੱਚ ਕੋਈ ਹਲਚਲ ਹੁੰਦੀ ਹੈ, ਥੜਥੜਾਹਟ ਹੁੰਦੀ ਹੈ, ਤਦ ਜਿਹੜੀ ਹੈ ਕਵਿਤਾ ਬਾਹਰ ਨਿਕਲਦੀ ਹੈ। ਠੀਕ ਹੈ, ਜਦੋਂ ਆਪਾਂ ਨੂੰ ਕੋਈ ਦੁੱਖ ਹੁੰਦਾ ਜਾਂ ਆਪਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ, ਤਦ ਜਿਹੜਾ ਹੈਗਾ ਆਪਾਂ ਕੁਛ ਨਾ ਕੁਛ ਲਿਖ ਦਿੰਦੇ ਹਾਂ। ਕਵਿਤਾ ਦਾ ਫੁਰਨਾ ਜਿਹੜਾ ਹੈ, ਕਵਿਤਾ ਦਾ ਫੁਰਨਾ ਮਤਲਬ ਕਵਿਤਾ ਦਾ ਜਿਹੜਾ ਆਈਡੀਆ ਹੈ ਉਹ ਗੈਪ ਦੇ ਵਿੱਚੋਂ ਹੀ ਆਉਂਦਾ, ਜਿੱਥੇ ਕੋਈ ਗੈਪ ਪੈ ਜਾਂਦਾ। ਗੈਪ ਮਤਲਬ ਜੇ ਸਾਨੂੰ ਕੋਈ ਦੁੱਖ ਤਕਲੀਫ ਦਾ ਵਿੱਚ ਹੈ ਨਾ, ਵਿਛੋੜਾ ਵਗੈਰਾ ਕੁਝ ਪੈ ਜਾਂਦਾ। ਸੋ ਕਵੀ ਦਾ ਗਿਆਨ, ਅਨੁਭਵ, ਰਿਆਜ਼ ਅਤੇ ਅਵਚੇਤਨ ਆਦਿ ਸਭ ਕੁਝ ਸ਼ਾਮਿਲ ਹੁੰਦਾ ਹੈ, ਪਰੰਤੂ ਉਹ ਬਾਹਰ ਉਦੋਂ ਆਉਂਦਾ ਹੈ ਜਦੋਂ ਕਵੀ ਦੇ ਮਨ ਦੀ ਦੌਲਤ ਦੇ ਵਿੱਚ ਹਿੱਸਾ ਹੁੰਦਾ। ਮਤਲਬ ਜਦੋਂ ਦਿਮਾਗ ਦੀ ਦੌਲਤ ਦੇ ਵਿੱਚ, ਦਿਮਾਗ ਦੇ ਵਿੱਚ ਇਹ ਚੀਜ਼ ਆਉਂਦੀ ਹੈ ਤਦ ਹੁੰਦਾ ਹੈ। ਤਾਂ ਕਵੀ ਕੋਲੇ ਗਿਆਨ ਵੀ ਹੈ, ਅਨੁਭਵ ਵੀ ਹੈ, ਰਿਆਜ਼ ਵੀ ਹੈ, ਸਭ ਕੁਝ ਹੈ, ਲੇਕਿਨ ਜਦੋਂ ਦਿਮਾਗ ਕਹੇਗਾ ਉਸ ਟਾਈਮ ਹੀ ਜਿਹੜੀ ਹੈ ਕਵਿਤਾ ਆਏਗੀ ਬਾਹਰ। ਸੋ ਇਸ ਕਈ ਵਾਰ ਕੀ ਹੁੰਦਾ, ਅਪ੍ਰਗਟ ਨੂੰ ਪ੍ਰਗਟ ਹੋਣ ਦੇ ਵਿੱਚ ਵੀ ਅਚਾਨਕ ਮੌਕਾ ਮਿਲ ਜਾਂਦਾ। ਸੋ ਕਈ ਵਾਰ ਅਚਾਨਕ ਹੀ ਸਾਨੂੰ ਜਿਹੜੀ ਹੈਗਾ ਕੁਛ ਨਾ ਕੁਛ ਲਿਖ ਲੈਂਦੇ ਹਾਂ। ਜਿਨ੍ਹਾਂ ਨੂੰ ਲਿਖਣ ਦਾ ਸ਼ੌਂਕ ਹੈ ਉਹਨਾਂ ਨੂੰ ਪਤਾ ਹੈ ਕਿ ਮੈਂ ਕਿਵੇਂ ਕਹਿ ਰਹੀ ਹਾਂ, ਹੈ ਨਾ। ਸੋ ਲੇਖਕ ਦੱਸਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਇੱਕ ਵਾਰ ਲੁਧਿਆਣੇ ਦੇ ਵਿੱਚ ਕਿਸੇ ਕਾਲਜ ਦੇ ਸਮਾਗਮ ਦੀ ਪ੍ਰਧਾਨਗੀ ਕਰਨ ਜਾਣਾ ਸੀ, ਅਤੇ ਪ੍ਰਧਾਨਗੀ ਦੇ ਭਾਸ਼ਣ ਦੇ ਬਾਰੇ ਸੋਚ ਹੀ ਰਹੇ ਸੀ। ਉੱਥੇ ਮੁਕਾਬਲਾ ਹੋਣਾ ਸੀਗਾ ਲੋਕ ਨਾਚਾਂ ਦਾ, ਅਤੇ ਅਚਾਨਕ ਹੀ ਉਹਨਾਂ ਦੇ ਮਨ ਵਿੱਚ ਬੋਲੀ ਪਾਉਂਦੀ ਕੁੜੀ ਦੀ ਇੱਕ ਟੋਲੀ ਜਿਹੜੀ ਸੀ ਉਭਰੀ। ਸੋ ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਆ ਰਹੀ ਸੀ। ਤਾਂ ਇਮੈਜੀਨੇਸ਼ਨ, ਜਿਹੜੇ ਕਵੀ ਹੁੰਦੇ ਨੇ, ਪੋਇਟ ਰਾਈਟਰਸ ਕੋਈ ਵੀ ਹੁੰਦੇ, ਤਾਂ ਇਮੈਜੀਨੇਸ਼ਨ ਪਾਵਰ ਇਹਨਾਂ ਦੀ ਬਹੁਤ ਸਟਰੋਂਗ ਹੁੰਦੀ ਹੈ, ਅਤੇ ਇਹ ਆਪਣੇ ਮਨ ਦੇ ਵਿੱਚ ਹੀ ਸੋਚ ਲਿਆ ਇਹਨਾਂ ਨੇ ਕਿ ਹਾਂ ਕੁੜੀਆਂ ਦੀ ਇੱਕ ਟੋਲੀ ਹੈ। ਅਤੇ ਉਹਨਾਂ ਦੇ ਬੋਲੀ ਦੇ ਵਿੱਚ ਗੱਭਰੂ ਨੂੰ ਨਜ਼ਰ ਲੱਗਣ 'ਤੇ ਮਿਰਚਾਂ ਦਾ ਜ਼ਿਕਰ ਸੀ। ਤਾਂ ਪੰਜਾਬ ਵਿੱਚ ਬਹੁਤ ਜ਼ਿਆਦਾ ਸੰਤਾਪ ਦੇ ਦਿਨ ਸੀ, ਤਾਂ ਲੇਖਕ ਨੂੰ ਮਹਿਸੂਸ ਹੋਇਆ ਕਿ ਨਜ਼ਰ ਕਿਸੇ ਗੱਭਰੂ ਨੂੰ ਨਹੀਂ ਲੱਗੀ, ਸਗੋਂ ਪੰਜਾਬ ਨੂੰ ਲੱਗੀ ਹੈ। ਤਾਂ ਉਹਨਾਂ ਨੇ ਜਿਹੜੀ ਹੈ ਪੋਇਮ ਲਿਖੀ ਸੀ, ਕਵਿਤਾ ਲੱਗੀ ਨਜ਼ਰ ਪੰਜਾਬ ਨੂੰ। ਸੋ ਕਦੋਂ ਲਿਖੀ ਸੀ, ਕੋਈ ਪ੍ਰਧਾਨਗੀ ਦੇ ਭਾਸ਼ਣ ਦੇਣ ਦੇ ਵਿੱਚ ਗਏ ਸੀ ਇਹ, ਅਤੇ ਉਦੋਂ ਉਹਨਾਂ ਨੇ ਗਿੱਧੇ ਵਾਲੀਆਂ ਕੁੜੀਆਂ ਨੂੰ ਦੇਖ ਕੇ ਜਿਹੜੇ ਹੈ ਇਹ ਵਾਲੀ ਕਵਿਤਾ ਜਿਹੜੀ ਹੈਗੀ ਹੈ ਲਿਖ ਦਿੱਤੀ ਸੀ। ਇਸ ਕਵਿਤਾ ਵਿੱਚ ਉਹ ਕੁਝ ਪ੍ਰਗਟ ਹੋਇਆ ਜੋ ਖਬਰਾਂ, ਘਟਨਾਵਾਂ, ਵਿਚਾਰਾਂ ਅਤੇ ਅਹਿਸਾਸਾਂ ਕਰਕੇ ਲੇਖਕ ਦੇ ਮਨ ਵਿੱਚ ਸੀ। ਸੋ ਇਹ ਸਭ ਕੁਝ ਪੜ੍ਹ ਕੇ ਜਿਹੜਾ ਹੈ ਖਬਰਾਂ ਦੇ ਦੌਰਾਨ, ਘਟਨਾਵਾਂ ਦੇ ਦੌਰਾਨ, ਵਿਚਾਰਾਂ ਦੇ ਦੌਰਾਨ ਉਹਨਾਂ ਦੇ ਮਨ ਵਿੱਚ ਆਪਣੇ ਆਪ ਪ੍ਰਗਟ ਹੋ ਗਿਆ ਸੀ। ਉਹਨਾਂ ਨੇ ਕਦੇ ਵੀ ਇਹ ਕਵਿਤਾ ਨਹੀਂ ਸੀ ਸੋਚਿਆ ਕਿ ਹਾਂ ਮੈਂ ਲਿਖਣੀ ਹੈ, ਜੇ ਉਹ ਸਮਾਗਮ 'ਤੇ ਨਾ ਜਾਂਦੇ ਤਾਂ ਇਹ ਕਵਿਤਾ ਵੀ ਨਾ ਲਿਖੀ ਜਾਣੀ। ਤਾਂ ਇੱਕ ਜਿਹੜਾ ਹੈਗਾ ਇੱਕ ਆਈਡੀਆ ਜਿਹਾ ਬਣ ਗਿਆ ਕਿ ਹਾਂ ਵੀ ਇਹ ਜਿਹੜੀ ਕਵਿਤਾ ਹੈ ਲਿਖੀ ਜਾਣੀ ਚਾਹੀਦੀ ਹੈ। ਸੋ ਇਸ ਵਿੱਚ ਨਜ਼ਰ ਲੱਗਣ, ਕੌੜੀਆਂ ਮਿਰਚਾਂ ਅਤੇ ਲੋਕ ਤਰਾਈ ਹਵਾਲੇ, ਉੱਚੀ ਸੁਰ, ਸੰਬੋਧਨੀ ਲਹਿਜ਼ਾ, ਬੋਲੀਆਂ ਪਾ ਰਹੀਆਂ ਕੁੜੀਆਂ ਦੇ ਉੱਠੇ ਹੱਥ ਕਰਕੇ ਹੀ ਇਹ ਜਿਹੜਾ ਹੈਗਾ ਉਹਨਾਂ ਨੂੰ ਆਈਡੀਆ ਆਇਆ। ਸੋ ਨਜ਼ਰ ਲੱਗਣ ਦਾ, ਠੀਕ ਹੈ। ਸੋ ਕਿਉਂਕਿ ਉਹ ਬੋਲੀ, ਉਹ ਲੇਖਕ ਸੋਚ ਰਿਹਾ ਸੀ ਕਿ ਉਹ ਬੋਲੀ ਪਾ ਰਹੀਆਂ ਨੇ, ਤਾਂ ਬੋਲੀ ਮਿਰਚਾਂ ਵਾਲੀ ਬੋਲੀ ਹੈ, ਨਜ਼ਰ ਲੱਗਣ ਵਾਲੀ ਬੋਲੀ ਹੈ, ਤਾਂ ਉਹਨਾਂ ਨੂੰ ਇਸ ਕਵਿਤਾ ਦਾ ਆਈਡੀਆ ਆ ਗਿਆ। ਇਸੇ ਤਰ੍ਹਾਂ ਲੇਖਕ ਲਿਖਦਾ ਹੈ ਕਿ ਪਾਸ਼ ਜਿਹੜੇ ਕਵੀ ਹੋਏ ਨੇ, ਤਾਂ ਪਾਸ਼ ਦੇ ਕਤਲ ਦੇ ਸਮੇਂ PAU ਜਿਹੜੇ ਹੈਗੇ ਆ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਸੋ ਉਸ ਵਿੱਚ ਸੋਗ ਸਮਾਗਮ ਜਿਹੜਾ ਸੀ ਬੁਲਾਇਆ ਗਿਆ ਸੀ। ਅਧਿਆਪਕ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਬਹੁਤ ਘੱਟ ਸੀ। ਲੋਕਾਂ ਦੇ ਡਰ ਨਾਲ ਘਬਰਾਏ ਅਨੁਭਵ ਕਰਕੇ ਉਹਨਾਂ ਨੇ ਜਿਹੜੀ ਸੀ ਕਵਿਤਾ, ਇੱਕ ਲਰਜ਼ਦਾ ਨੀਰ ਹੁੰਦਾ ਹੈਗਾ ਹੰਝੂ, ਤਾਂ ਕਹਿੰਦੇ ਇੱਕ ਲਰਜ਼ਦਾ ਮਤਲਬ ਹੌਲੀ ਹੌਲੀ ਜਿਹੜਾ ਥੱਲੇ ਆ ਰਿਹਾ, ਉਸ ਹੰਝੂ ਦੀ ਜਿਹੜੀ ਹੈਗੀ ਆ ਉਹ ਕਵਿਤਾ ਉਹਨਾਂ ਨੇ ਲਿਖੀ ਸੀ। ਕਿਉਂਕਿ ਪਾਸ਼ ਦਾ ਕਤਲ ਹੋ ਗਿਆ ਸੀ ਅਤੇ ਲੋਕ ਬਹੁਤ ਡਰਦੇ ਮਾਰੇ ਜਿਹੜਾ ਸੀਗਾ ਉਹਨਾਂ ਦੇ ਸ਼ੋਕ ਸਮਾਗਮ ਦੇ ਵਿੱਚ ਵੀ ਨਹੀਂ ਸੀ ਪਹੁੰਚੇ। ਸੋ ਤਾਂ ਕਰਕੇ ਜਿਹੜਾ ਹੈ ਕਵੀ ਨੇ ਉਹਨਾਂ ਦੇ ਉਸ ਦੇ ਵਿੱਚ ਜਿਹੜੀ ਹੈਗੀ ਹੈ ਯਾਦ ਦੇ ਵਿੱਚ ਇਹ ਕਵਿਤਾ ਇੱਕ ਲਰਜ਼ ਦਾ ਨੀਰ ਲਿਖੀ ਸੀ।
1992 ਦੇ ਵਿੱਚ ਜਦੋਂ ਲੰਡਨ ਦੇ ਵਿੱਚ ਕਾਨਫਰੰਸ ਤੇ ਗਏ ਸੀ ਤਾਂ ਰਾਤ ਨੂੰ ਸੁਰਿੰਦਰ ਸੀਰੇ ਦੇ ਘਰ ਕੁਝ ਦੋਸਤਾਂ ਦੇ ਵਿੱਚ ਛਿੜੀ ਬਹਿਸ ਸੀ ਤਾਂ ਕੁਝ ਕੁੜੱਤਨ, ਠੀਕ ਹੈ, ਥੋੜੀ ਬਹੁਤੀ ਬਹਿਸ ਹੋ ਗਈ ਤਾਂ ਕੁੜੱਤਨ ਪੈਦਾ ਹੋ ਗਈ। ਤਾਂ ਲੇਖਕ ਦੀ ਜਿਹੜੀ 2:30 ਵਜੇ ਸਵੇਰੇ ਅੱਖ ਖੁੱਲ ਗਈ ਤੇ ਉਹਨਾਂ ਨੇ 3 ਕਵਿਤਾਵਾਂ ਲਿਖੀਆਂ ਤੇ ਫਿਰ ਉਹ ਘੂਕਸ ਹੋ ਗਏ। ਠੀਕ ਹੈ, ਦੇਖੋ ਤਣਾਅ ਮੁਕਤ ਹੋ ਕੇ ਉਹ ਕਵਿਤਾਵਾਂ ਆਰਾਮ ਨਾਲ ਲਿਖ ਦਿੰਦੇ ਸੀਗੇ। ਠੀਕ ਹੈ, ਰਾਤੋਂ ਰਾਤ 2-2 3-3 4-4 5-5 ਕਵਿਤਾਵਾਂ ਲਿਖ ਦਿੰਦੇ ਸੀ। ਤਾਂ ਲੇਖਕ ਇਸ ਤੋਂ ਇਲਾਵਾ ਲੇਖਕ ਕਵਿਤਾ ਦੀ ਰਚਨਾ ਸੰਬੰਧੀ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਇੱਕ ਹੋਰ ਕਵੀ ਦੇ ਵਿਚਾਰਾਂ ਨੂੰ ਇਸ ਨਿਬੰਧ ਵਿੱਚ ਸਥਾਨ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈਗਾ ਕਿ ਕਵੀ ਨੂੰ ਕਵਿਤਾ ਤੋਂ ਇਲਾਵਾ ਹੋਰ ਵੀ ਕੁਝ ਲਿਖਣਾ ਚਾਹੀਦਾ ਹੈਗਾ, ਕਿਉਂਕਿ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਉਹਨਾਂ ਨੂੰ ਕਿਹਾ ਸੀ ਕਿ ਤੂੰ ਕਵਿਤਾ ਤੋਂ ਇਲਾਵਾ ਤੂੰ ਕਵੀ ਹੈ, ਕਵਿਤਾ ਤੋਂ ਇਲਾਵਾ ਤੂੰ ਹੋਰ ਵੀ ਕੁਝ ਲਿਖ। ਕਵਿਤਾ ਕੀ ਪਤਾ ਹੈ ਕਦੇ ਆਵੇ ਤੇ ਕਦੇ ਨਾ ਆਵੇ, ਤਾਂ ਇਟ ਮੀਨਸ ਤੂੰ ਕੁਝ ਲਿਖੇਗਾ ਹੀ ਨਹੀਂ, ਤਾਂ ਤੈਨੂੰ ਕੁਝ ਹੋਰ ਵੀ ਲਿਖਣਾ ਚਾਹੀਦਾ। ਤਾਂ ਸੁਰਜੀਤ ਸਿੰਘ ਪਾਤਰ ਜਿਹੜੇ ਹੈਗੇ ਨੇ ਕਵਿਤਾ ਤੋਂ ਇਲਾਵਾ ਵੀ ਹੋਰ ਕੁਝ ਲਿਖਦੇ ਰਹੇ ਨੇ। ਤਾਂ ਇੱਕ ਹੋਰ ਕਵੀ ਕਹਿੰਦਾ ਕਿ ਉਹ ਹਰ ਰੋਜ਼ ਕੁਝ ਸਮਾਂ ਕਵਿਤਾ ਨੂੰ ਅਰਪਣ ਕਰਦੇ ਹੈ ਅਤੇ ਕਾਗਜ਼ ਕਲਮ ਲੈ ਕੇ ਇਕੱਲਾ ਬਹਿ ਕੇ ਸੋਚਣ ਲੱਗ ਜਾਂਦੇ ਨੇ ਤਾਂ ਕਿ ਉਹਨਾਂ ਦਾ ਮਨ ਜਿਹੜਾ ਹੈ ਇਕਸੁਰ ਹੋ ਜਾਂਦਾ। ਸੋ ਇਸ ਤਰ੍ਹਾਂ ਜਿਹੜਾ ਹੈ ਇਹਨਾਂ ਨੇ ਇਹ ਨਿਬੰਧ ਆਪਣਾ ਜਿਹੜਾ ਹੈਗਾ ਕਵਿਤਾ ਜਿਹੜੀ ਹੈਗੀ ਹੈ ਦਿੱਤੀ ਹੈ, ਕਵਿਤਾ ਦਾ ਜਨਮ। ਇਸ ਪ੍ਰਕਾਰ ਲੇਖਕ ਨੇ ਇਸ ਨਿਬੰਧ ਵਿੱਚ ਆਪਣੀ ਕਵਿਤਾ ਰਚਣ ਦੇ ਸਮੇਂ, ਸਥਾਨ ਅਤੇ ਮੌਕਿਆਂ ਦੱਸਿਆ ਵੀ ਕਿਹੜੀ ਕਵਿਤਾ ਕਿਹੜੇ ਸਥਾਨ ਅਤੇ ਮੌਕੇ ਤੇ ਰਚੀ ਗਈ। ਅਤੇ ਇਹ ਨਿਬੰਧ ਦਾ ਵਿਸ਼ਾ ਜਿਹੜਾ ਹੈਗਾ ਮੌਲਿਕ ਅਤੇ ਪ੍ਰਭਾਵਸ਼ਾਲੀ ਹੈ। ਬਹੁਤ ਅੱਛੀ ਸ਼ੈਲੀ ਇਹਨਾਂ ਨੇ ਯੂਜ਼ ਕੀਤੀ ਹੈ, ਆਤਮ ਛੋਹ ਭਰਪੂਰ ਹੈ, ਸਵਾਦਲੀ ਹੈ, ਰੋਚਕ ਹੈ ਅਤੇ ਕਾਫੀ ਸਾਰੇ ਹਵਾਲੇ ਦਿੱਤੇ ਗਏ ਨੇ। ਕਾਫੀ ਸਾਰੀਆਂ ਸ਼ਖਸੀਅਤਾਂ ਦਾ ਨਾਮ ਇਹਦੇ ਵਿੱਚ ਆਇਆ। ਕੇਂਦਰੀ ਭਾਸ਼ਾ ਹੈ, ਸਰਲ ਭਾਸ਼ਾ ਹੈ, ਮੁਹਾਵਰੇਦਾਰ ਸਪਸ਼ਟ ਭਾਸ਼ਾ ਹੈਗੀ ਹੈ ਅਤੇ ਇਸ ਉੱਤੇ ਲੇਖਕ ਦੀ ਕਵੀ ਸੰਵੇਦਨਸ਼ੀਲ ਸੁਹਿਰਦ ਵਿਦਵਾਨ ਸ਼ਖਸੀਅਤ ਜਿਹੜੀ ਹੈਗੀ ਉਸਦੀ ਛਾਪ ਲੱਗੀ ਹੋਈ ਹੈ। ਸ਼ਾਰਟ ਕੁਐਸਚਨ ਕਰਾਂਗੇ ਕਿ ਨਿਬੰਧ ਦਾ ਵਿਸ਼ਾ ਵਸਤੂ ਕੀ ਹੈ ਕਿ ਕਵਿਤਾ ਦੇ ਜਨਮ ਦੇ ਬਾਰੇ ਜਾਣਕਾਰੀ ਦੇਣਾ। ਕਈ ਕਵਿਤਾਵਾਂ ਤਾਂ ਲੇਖਕ ਨੂੰ ਐਸੀਆਂ ਨੇ ਕਿ ਉਹਨਾਂ ਨੂੰ ਪ੍ਰਸਥਿਤੀਆਂ ਸਿਚੁਏਸ਼ਨਸ ਯਾਦ ਨਹੀਂ ਹੈ, ਲੇਕਿਨ ਕਾਫੀ ਸਾਰੀਆਂ ਸਿਚੁਏਸ਼ਨਸ ਕਵਿਤਾਵਾਂ ਦੀਆਂ ਟਾਈਮਿੰਗ ਜਿਹੜੀ ਹੈ ਉਹਨਾਂ ਨੂੰ ਯਾਦ ਹੈ। ਕਵਿਤਾ ਦਾ ਜਨਮ ਨਿਬੰਧ ਦਾ ਉਦੇਸ਼ ਕੀ ਹੈ ਕਿ ਇਹ ਦੱਸਣਾ ਲੋਕਾਂ ਨੂੰ ਕਿ ਉਹਨਾਂ ਦੀਆਂ ਕਵਿਤਾ ਦਾ ਜਨਮ ਕਿਹੜੇ ਸਮੇਂ ਕਿਹੜੀਆਂ ਪ੍ਰਸਥਿਤੀਆਂ 'ਚ ਹੋਈਆਂ। ਕੀ ਇਹ ਸਿਰਲੇਖ ਢੁਕਵਾਂ ਹੈ? ਹਾਂਜੀ, ਬਿਲਕੁਲ ਸਿਰਲੇਖ ਢੁਕਵਾਂ ਹੈ, ਕਿਉਂਕਿ ਇਹ ਜਿਹੜਾ ਨਿਬੰਧ ਹੈ ਇਹ ਕਵਿਤਾ ਦੇ ਜਨਮ ਨਾਲ ਹੀ ਸੰਬੰਧਿਤ ਹੈ, ਸੋ ਤਾਂ ਕਰਕੇ ਇਹ ਢੁਕਵਾਂ ਹੈ। ਲੰਡਨ ਵਿੱਚ ਸਨਰਾਈਜ਼ ਰੇਡੀਓ ਸਟੇਸ਼ਨ ਦੇ ਉੱਤੇ ਲੇਖਕ ਨਾਲ ਇੰਟਰਵਿਊ ਕਰਨ ਵਾਲਾ ਕੌਣ ਸੀ? ਉਹਨਾਂ ਦਾ ਸਾਥੀ ਲੁਧਿਆਣਵੀ। ਤਾਂ ਸਾਥੀ ਲੁਧਿਆਣਵੀ ਉਹਨਾਂ ਦਾ ਨਾਮ ਸੀ। ਤਾਂ ਇਹ ਕੁਐਸਚਨ ਇੰਨਾ ਇੰਪੋਰਟੈਂਟ ਨਹੀਂ ਹੈ ਕਿ ਅਮਲ ਬਾਰੇ ਕੀ ਦੱਸਿਆ। ਸੋ ਫਿਰ ਜਿਹੜਾ ਹੈ ਕਵਿਤਾ ਦੇ ਇੱਕ ਗਹਿਰੇ ਮਹਿਰਮ ਨੇ ਲੇਖਕ ਨੂੰ ਕਵਿਤਾ ਦਾ ਪਿਛੋਕੜ ਦੱਸਣ ਤੋਂ ਕਿਉਂ ਵਰਜਿਆ ਕਿ ਕਵਿਤਾ ਦੇ ਇੱਕ ਗਹਿਰੇ ਮਤਲਬ ਉਹਨਾਂ ਦਾ ਕਾਵ ਪ੍ਰੇਮੀ ਸੀ, ਕਵਿਤਾ ਪ੍ਰੇਮੀ। ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਕਵਿਤਾ ਦਾ ਪਿਛੋਕੜ ਨਾ ਦੱਸਿਆ ਕਰੋ ਕਿ ਕਦੋਂ ਤੁਸੀਂ ਰਚੀ ਹੈ ਨਾ, ਕਿਸ ਟਾਈਮ ਰਚੀ, ਕਿਉਂਕਿ ਕਦੇ ਕਹਿੰਦੇ ਕਿ ਗੋਲ ਮਾਰਕੀਟ ਰਚੀ, ਕਦੇ ਕਹਿੰਦੇ ਕਚਹਿਰੀ 'ਚ ਰਚੀ, ਤਾਂ ਕਹਿੰਦੇ ਵੀ ਉਹਦਾ ਸਵਾਦ ਖਤਮ ਹੋ ਜਾਂਦਾ। ਤਾਂ ਉਹਨਾਂ ਨੇ ਕਿਹਾ ਕਿ ਅਰਥ ਇੱਕ ਤਰ੍ਹਾਂ ਬੱਝ ਜਾਂਦੇ ਨੇ ਤੇ ਇਸ ਤਰ੍ਹਾਂ ਇਹਨਾਂ ਨੂੰ ਲੱਗਦਾ ਕਿ ਝਿੱਲ ਮਿਲਾਉਂਦਾ ਰਹੱਸ ਮੰਡਲ ਕਾਇਮ ਨਹੀਂ ਰਹਿੰਦਾ ਹੈਗਾ। ਸੋ ਤਾਂ ਕਰਕੇ ਉਹਨਾਂ ਨੇ ਕਿਹਾ ਵੀ ਤੁਸੀਂ ਸਾਨੂੰ ਰਿਐਲਿਟੀ ਨਾ ਦੱਸੋ ਕਿ ਕਦੋਂ ਤੁਸੀਂ ਸਿਰਜੀਏ, ਤਾਂ ਜਿਹੜਾ ਹੈ ਰਹੱਸ ਜਿਹੜਾ ਹੈ ਖਤਮ ਹੋ ਜਾਂਦਾ। ਠੀਕ ਹੈ, ਸੋ ਲੇਖਕ ਜਿਹੜਾ ਹੈ ਇਸ ਨਾਲ ਸਹਿਮਤ ਸੀ। ਲੇਖਕ ਦਾ ਕਵਿਤਾ ਦੇ ਜਨਮ ਬਾਰੇ ਕੀ ਵਿਚਾਰ ਸੀ? ਸੋ ਕਵਿਤਾ ਦੇ ਜਨਮ ਬਾਰੇ ਲੇਖਕ ਦਾ ਵਿਚਾਰ ਸੀ ਕਿ ਜਿਹੜੀ ਭਰਥਰੀ ਹਰੀ ਦੇ ਸ਼ਬਦ ਦੇ ਜਨਮ ਬਾਰੇ ਕਹੀ ਸੀ, ਭਰਥਰੀ ਨੇ ਕਿਹਾ ਸੀਗਾ ਕਿ ਹਰ ਸ਼ਬਦ ਦਾ ਜਨਮ ਮਾਨਵ ਦੇ ਵਜੂਦ ਦੀ ਥਰਥਰਾਹਟ ਵਿੱਚੋਂ ਹੁੰਦਾ ਹੈ, ਕਿ ਜਦੋਂ ਵੀ ਮਨ ਉਸਦਾ ਵਜੂਦ ਜਿਹੜਾ ਹੈ ਥਰਥਰਾਉਂਦਾ ਤਾਂ ਕਵਿਤਾ ਜਿਹੜੀ ਹੈ ਉਤਪੰਨ ਹੁੰਦੀ ਹੈ। ਤਨ ਤੰਬੂਰ ਦੀ ਧੁਨੀ ਸੁਣਨੀ ਅਤੇ ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਹੀ ਜਿਹੜਾ ਹੈ ਕਵਿਤਾਕਾਰੀ ਹੈ। ਘਰਰ ਦਾ ਜਨਮ ਕਦੋਂ ਹੋਇਆ? ਸੋ ਕਹਿੰਦੇ ਆਪਾਂ ਨੇ ਪਿੱਛੇ ਪੜ੍ਹ ਕੇ ਹਟੇ ਹਾਂ ਕਿ ਇੱਕ ਰਾਤ ਉਹ ਕਮਰੇ 'ਚ ਸੁੱਤੇ ਪਏ ਸੀ, ਡੂੰਗੀ ਬਹਿਸ ਹੋ ਰਹੀ ਸੀ, ਨਕਸਲਵਾਦ ਦੀ ਲਹਿਰ ਦਾ ਜ਼ੋਰ ਸੀ, ਤਾਂ ਉਹਨਾਂ ਦੇ ਫਰੈਂਡਸ ਜਿਹੜੇ ਸੀ ਇਕੱਠੇ ਹੋਏ ਪਏ ਸੀ, ਨੂਰ ਤੇਜਵੰਤ ਗਿੱਲ, ਅਮਰਜੀਤ ਗਰੇਵਾਲ, ਪਾਲ ਸ਼ਮਸ਼ੇਰ ਸੰਧੂ। ਤਾਂ ਉਹਨਾਂ ਨੇ ਸਵੇਰੇ ਜਿਹੜਾ ਹੈਗਾ PA ਯੂਨੀਵਰਸਿਟੀ ਦੇ ਵਿੱਚ ਆਪਣੇ ਕੈਬਿਨ 'ਚ ਬੈਠ ਕੇ ਇਹ ਘਰਰ ਕਵਿਤਾ ਜਿਹੜੀ ਸੀ ਲਿਖੀ ਸੀ। ਸੁੱਕੇ ਦਰਖਤਾਂ ਦਾ ਲੇਖਕ ਤੇ ਕੀ ਪ੍ਰਭਾਵ ਪਿਆ? ਜਦੋਂ ਕਚਹਿਰੀ 'ਚੋਂ ਲੰਘ ਰਹੇ ਸੀ, ਕਚਹਿਰੀ ਦੇ ਅਹਾਤੇ ਤੋਂ, ਤਾਂ ਉੱਥੇ ਜਿਹੜਾ ਕਚਹਿਰੀ ਬੰਦ ਸੀ, ਕੋਈ ਵੀ ਉੱਥੇ ਨਹੀਂ ਸੀ ਅਤੇ ਉਹਦੇ ਆਲੇ ਦੁਆਲੇ ਟਾਹਲੀਆਂ ਦੇ, ਨਿੰਮ ਦੇ, ਸ਼ਰੀਹ ਦੇ ਪੇੜ ਸੀਗੇ, ਇੱਕ ਦੋ ਸੁੱਕੇ ਹੋਏ ਸੀ। ਤਾਂ ਉਹਨਾਂ ਨੂੰ ਇਹ ਲੱਗਿਆ ਕਿ ਦਰਖਤ ਨਹੀਂ ਹੈਗੇ, ਇਹ ਉਹ ਲੋਕ ਨੇ ਜਿਹੜੇ ਇਨਸਾਫ ਲੈਣ ਆਏ ਸੀ ਅਤੇ ਉਡੀਕਦੇ ਦਰਖਤ ਬਣ ਗਏ ਨੇ। ਜਦੋਂ ਫੈਸਲਾ ਸੁਣਾਇਆ ਗਿਆ ਤਾਂ ਉਹਨਾਂ ਦੀ ਹਰਿਆਵਲ ਹਰਿਆਲੀ ਜਿਹੜੀ ਹੈਗੀ ਹੈ ਮੁੱਕ ਗਈ ਹੈ।
ਸੋ ਇੱਕ ਵਾਰ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਲੇਖਕ ਨੂੰ ਕੀ ਕਿਹਾ ਕਿ ਉਸਦੀ ਗੱਲ ਠੀਕ ਸੀ। ਸੋ ਸੰਤ ਸਿੰਘ ਸੇਖੋਂ ਨੇ ਕਿਹਾ ਕਿ ਕਵਿਤਾ ਤੋਂ ਬਿਨਾਂ ਉਹਨੂੰ ਹੋਰ ਵੀ ਕੁਝ ਲਿਖਣਾ ਚਾਹੀਦਾ ਹੈ, ਕਿਉਂਕਿ ਕਵਿਤਾ ਕੀ ਪਤਾ ਹੈ ਕਦੇ ਆਵੇ ਤੇ ਕਦੇ ਨਾ ਆਵੇ। ਸੋ ਇਸ ਕਰਕੇ ਜਿਹੜਾ ਹੈ ਉਸਨੂੰ ਹੋਰ ਵੀ ਕੁਝ ਲਿਖਣਾ ਚਾਹੀਦਾ ਹੈ। ਪਰ ਲੇਖਕ ਸੁਰਜੀਤ ਸਿੰਘ ਪਾਤਰ ਨੇ ਉਹਨਾਂ ਨੂੰ ਕਿਹਾ ਕਿ ਵੀ ਮੈਂ ਲਿਖਿਆ ਪੜ੍ਹਿਆ ਇੰਨਾ ਕੁਛ ਹੈ, ਲੇਕਿਨ ਫਿਰ ਵੀ ਮੈਂ ਕੁਛ ਨਾ ਕੁਛ ਜਿਹੜਾ ਟਾਈਮ ਹਮੇਸ਼ਾ ਕਵਿਤਾ ਨੂੰ ਹੀ ਦਿੰਦਾ ਅਤੇ ਸਾਰਾ ਕੁਝ ਇੱਕ ਪਾਸੇ ਕਰ ਦਿੰਦਾ, ਸੁਰ ਤਾਲ ਸਭ ਕੁਝ ਇੱਕ ਪਾਸੇ ਕਰ ਦਿੰਦਾ। ਲੇਖਕ ਅਨੁਸਾਰ ਕਵਿਤਾ ਦਾ ਫੁਰਨਾ ਮਤਲਬ ਆਈਡੀਆ ਕਦੋਂ ਆਉਂਦਾ ਕਵਿਤਾ ਲਿਖਣ ਦਾ? ਕਵਿਤਾ ਦਾ ਫੁਰਨਾ ਗੈਪ ਦੇ ਵਿੱਚੋਂ ਆਉਂਦਾ, ਜਦੋਂ ਸਾਡੇ ਅੰਦਰ ਕੋਈ ਗੈਪ ਪੈ ਜਾਂਦਾ ਹੈ, ਦੁੱਖ ਤੋਂ ਬਾਅਦ ਸੁੱਖ ਆਉਣ ਨੂੰ ਟਾਈਮ, ਸੁੱਖ ਤੋਂ ਬਾਅਦ ਦੁੱਖ ਆਉਣ ਨੂੰ ਟਾਈਮ, ਇੱਦਾਂ। ਤਾਂ ਕਵਿਤਾ ਦਾ ਗਿਆਨ, ਅਨੁਭਵ, ਰਿਆਜ਼ ਅਤੇ ਅਵਚੇਤਨ ਆਦਿ ਸਭ ਕੁਝ ਹੁੰਦਾ ਹੈ। ਪ੍ਰਗਟ ਉਦੋਂ ਹੁੰਦਾ ਹੈ ਜਦੋਂ ਸਾਡੇ ਮਨ ਦੀ ਦੌਲਤ ਜਾਗਦੀ ਹੈ, ਠੀਕ ਹੈ। ਜਦੋਂ ਸਾਡਾ ਮਨ ਕਹਿੰਦਾ ਹੈਗਾ, ਦਿਮਾਗ ਕਹਿੰਦਾ, ਉਸ ਟਾਈਮ ਹੀ ਸਾਡੇ ਕੋਲ ਸਭ ਕੁਝ ਹੈ, ਲੇਕਿਨ ਸਾਡੇ ਕੋਲ ਆਈਡੀਆ ਤਦ ਆਉਂਦਾ ਜਦੋਂ ਸਾਡਾ ਦਿਮਾਗ ਕਹਿੰਦਾ। ਪਾਸ਼ ਦੇ ਕਤਲ ਸੰਬੰਧੀ ਸ਼ੋਕ ਸਮਾਗਮ ਵਿੱਚ ਘੱਟ ਹਾਜ਼ਰੀ ਦੇਖ ਕੇ ਲੇਖਕ ਨੇ ਕੀ ਅਨੁਭਵ ਕੀਤਾ ਤੇ ਕਿਹੜੀ ਜਿਹੜੀ ਕਵਿਤਾ ਸੀ ਉਹ ਉਪਜੀ ਸੀ? ਇੱਕ ਲਫ਼ਜ਼ ਦਾ ਨੀਰ ਉਭਰੀ ਸੀ, ਕਿਉਂਕਿ ਜਿਹੜਾ ਸੀ ਪਾਸ਼ ਦਾ ਕਤਲ ਹੋ ਗਿਆ ਸੀ ਤੇ ਉਸ ਟਾਈਮ ਜਿਹੜੇ ਸੀ ਸਿਰਫ 12-13 ਵਿਦਿਆਰਥੀ ਤੇ ਅਧਿਆਪਕ ਹੀ ਉੱਥੇ ਆਏ ਸੀਗੇ, ਕਿਉਂਕਿ ਡਰ ਰਹੇ ਸੀ ਉਹ ਕਿ ਪਾਸ਼ ਦਾ ਕਤਲ ਹੋ ਗਿਆ ਤਾਂ ਹੋ ਸਕਦਾ ਹੈ ਮਾਹੌਲ ਕਦੇ ਵੀ ਗਰਮ ਹੋ ਜਾਏ। ਸੋ ਤਾਂ ਕਰਕੇ ਲੋਕ ਡਰਦੇ ਮਾਰੇ ਉੱਥੇ ਆਏ ਨਹੀਂ ਸੀ। ਇਸ ਕਰਕੇ ਜਿਹੜਾ ਸੁਰਜੀਤ ਸਿੰਘ ਪਾਤਰ ਨੇ ਇੱਕ ਲਫ਼ਜ਼ ਦਾ ਨੀਰ ਕਵਿਤਾ ਦਾ ਜਿਹੜਾ ਹੈਗਾ ਜਨਮ ਉਦੋਂ ਹੋਇਆ ਸੀ। ਲੰਡਨ ਵਿੱਚ ਲੇਖਕ ਦੀ ਰਾਤ ਨੂੰ ਨੀਂਦ ਕਿਉਂ ਟੁੱਟ ਗਈ ਸੀ ਅਤੇ ਉਹ ਤਣਾਅ ਮੁਕਤ ਕਿਵੇਂ ਹੋਇਆ? ਜਦੋਂ ਉਸਨੇ 2-3 ਕਵਿਤਾਵਾਂ ਲਿਖ ਦਿੱਤੀਆਂ ਤਦ ਉਹ ਤਣਾਅ ਮੁਕਤ ਹੋਇਆ, ਕਿਉਂਕਿ 1992 ਵਿੱਚ ਲੰਡਨ ਵਿੱਚ ਇੱਕ ਕਾਨਫਰੰਸ ਦੇ ਵਿੱਚ ਉਹ ਗਏ ਸੀ ਤਾਂ ਸੁਰਜੀਤ ਸੀਰੇ ਦੇ ਘਰੇ ਉਹ ਕਾਫੀ ਸਾਰੇ ਦੋਸਤ ਬਹਿਸ ਕਰ ਰਹੇ ਸੀ ਤੇ ਕਿਸੇ ਗੱਲ ਕਰਕੇ ਕੜੱਤਨ ਹੋ ਗਈ, ਉਹ ਚੁਬਾਰੇ 'ਚ ਜਾ ਕੇ ਸੋ ਗਏ। ਪਰ ਫਿਰ 2:30 ਵਜੇ ਉਹਨਾਂ ਦੀ ਨੀਂਦ ਟੁੱਟ ਗਈ ਤਾਂ ਉਹਨਾਂ ਨੇ 2-3 ਕਵਿਤਾਵਾਂ ਲਿਖ ਦਿੱਤੀਆਂ। ਸੋ ਇਹ ਸੀ ਅੱਜ ਦਾ ਵੀਡੀਓ। ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ। ਧੰਨਵਾਦ।